ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸੰਗਤ ਜੀ, ਅਸੀਂ ਆਪ ਜੀ ਦੇ ਨਾਲ ਗਨਕਾ ਜੀ ਦਾ ਇਤਿਹਾਸ ਦੇ ਵਿੱਚੋਂ ਜ਼ਿਕਰ ਕਰਨਾ ਜਾ ਰਹੇ ਹਾਂ। ਭਾਵ ਗਨਕਾ ਜੀ ਦੀ ਸਾਖੀ ਸਾਂਝੀ ਕਰਨ ਲੱਗੇ ਹਾਂ। ਗਨਕਾ ਇੱਕ ਵੇਸਵਾ ਦਾ ਨਾਮ ਹੈ। ਵੇਸਵਾ ਦੇ ਨੀਚ ਕਰਮ ਤੋਂ ਕੌਣ ਜਾਣੂ ਨਹੀਂ। ਵੇਸਵਾਵਾਂ ਨੇ ਤਾਂ ਇੱਕ ਕਿਸਮ ਦੀ ਪਾਪਾਂ ਦੀ ਦੁਕਾਨ ਖੋਲੀ ਹੋਈ ਹੁੰਦੀ ਹੈ। ਸੰਤਾਂ ਦੀ ਸੰਗਤ ਤੇ ਭਜਨ ਸਿਮਰਨ ਦੇ ਅਸਥਾਨ ਤੇ ਜਾ ਕੇ ਪੁੰਨੀ ਬਣੀਦਾ ਹੈ, ਪਰ ਉੱਥੇ ਜਾ ਕੇ ਵੀ ਬਹੁਤੇ ਆਦਮੀ ਪੁੰਨੀ ਨਹੀਂ ਬਣ ਸਕਦੇ ਤੇ ਉਹ ਕੋਰੇ ਦੇ ਕੋਰੇ ਰਹਿ ਜਾਂਦੇ ਹਨ। ਜਿਵੇਂ ਕਾਜਲ ਦੀ ਕੋਠੜੀ, ਉਸ ਵਿੱਚੋਂ ਵੜ ਕੇ ਕੋਈ ਬਾਹਰ ਸਫੈਦ ਦਾ ਸਫੈਦ ਨਹੀਂ ਨਿਕਲ ਸਕਦਾ। ਇਸੇ ਤਰ੍ਹਾਂ ਹੀ ਵੇਸਵਾ ਦੀ ਦੁਕਾਨ ਤੇ ਜਾ ਕੇ ਕੋਈ ਪਾਪੀ ਹੋਣ ਤੋਂ ਨਹੀਂ ਬਚ ਸਕਦਾ। ਪਰ ਨੇਕ ਤੇ ਧਰਮੀ ਭਜਨੀਕਾਂ ਦੀ ਇਹ ਗੱਲ ਨਹੀਂ। ਨਾਲ ਪੂਰਬਲੇ ਕਰਮਾਂ ਦੇ ਸੰਸਕਾਰਾਂ ਦੀ ਵੀ ਗੱਲ ਜ਼ਰੂਰ ਹੈ। ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਹਨ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਪ੍ਰਭੂ ਦਾ ਤੇ ਪ੍ਰਭੂ ਦੇ ਪਿਆਰਿਆਂ ਦਾ ਆਪਸ ਵਿੱਚ ਅੰਤਰਾ ਨਹੀਂ ਹੁੰਦਾ। ਉਹ ਇੱਕਮਿਕ ਹੋਏ ਹੁੰਦੇ ਹਨ। ਦੋਹਾਂ ਵਿੱਚ ਕੋਈ ਭੇਦ ਨਹੀਂ ਹੁੰਦਾ। ਤੇ ਪ੍ਰਭੂ ਦਾ ਨਾਮ ਐਸਾ ਹੈ, ਸੋ ਸਭ ਗੁਣਾਂ ਦੀ ਖਾਣ ਤੇ ਪਤਤ ਉਦਾਰਕ ਹੈ। ਸੋ ਇਹੀ ਵਿਚਿੱਤਰ ਕੌਤਕ ਇਸ ਗਨਕਾ ਬਾਰੇ ਦੱਸਿਆ ਜਾਂਦਾ ਹੈ, ਜਿਸ ਨੂੰ ਕਿ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਕੈਸਾ ਸੁੰਦਰ ਫੁਰਮਾਨ ਲਿਖਦੇ ਹਨ। ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਗਨਕਾ ਪਾਪਣ ਹੋਏ ਕੈ, ਪਾਪਾਂ ਦਾ ਗਲਹਾਰ ਪਰੋਤਾ। ਮਹਾਂਪੁਰਖ ਅਚਾਨਚਕ, ਗਨਕਾ ਵਾੜ ਆਏ ਖਲੋਤਾ। ਦੁਰਮਤ ਦੇਖ ਦਇਆਲ ਹੋਏ, ਹੱਥੋਂ ਉਸਨੋਂ ਦਿਤੋਨ ਤੋਤਾ। ਰਾਮ ਨਾਮ ਉਪਦੇਸ ਕਰ, ਖੇਲ ਗਿਆ ਤੇ ਵਣਜ ਸੋਤਾ। ਲਿਵ ਲੱਗੀ ਤਿਸ ਤੋਤਿਓ, ਨਿਤ ਪੜ੍ਹਾਏ ਕਰੈ ਅਸੋਤਾ। ਪਤ ਦੇ ਉਦਾਹਰਣ ਰਾਮ ਨਾਮ, ਦੁਰਮਤ ਪਾਪ ਕਲੇਵਰ ਧੋਤਾ। ਅੰਤ ਕਾਲ ਜਮ ਜਾਲ ਤੋੜ, ਨਰਕੈ ਵਿੱਚ ਨ ਖਾਦ ਸੋਗੋਤਾ। ਗਈ ਬੈਕੁੰਠ ਬਿਬਾਨ ਚੜ, ਨਾਉਰ ਨਰਾਇਣ ਛੋਤ ਅਛੋਤਾ। ਥਾਉ ਨਿਥਾਵੇਂ ਮਾਣ ਮਣੋਤਾ, ਗਈ ਬੈਕੁੰਠ ਬਿਬਾਨ ਚੜ। ਨਾਉ ਨਾਰਾਇਣ ਛੋਤ ਅਛੋਤਾ, ਥਾਉ ਨਿਥਾਵੇਂ ਮਾਣ ਮਣੋਤਾ। ਵੇਸਵਾ ਗਨਕਾ ਨੇ ਪਾਪਣ ਬਣ ਕੇ ਪਾਪਾਂ ਦਾ ਹਾਰ ਹੀ ਗਲ ਵਿੱਚ ਪਾਇਆ ਹੋਇਆ ਸੀ, ਭਾਈ ਗੁਰਦਾਸ ਜੀ ਲਿਖਦੇ ਆ। ਤੇ ਉਸਦੇ ਜਾਣ ਵਾਲਾ ਬਦੋ ਬਦੀ ਉਹਨਾਂ ਪਾਪਾਂ ਦਾ ਹਿੱਸੇਦਾਰ ਬਣ ਜਾਂਦਾ ਸੀ। ਸੋ ਇਸ ਤਰ੍ਹਾਂ ਦਾ ਨੀਵਾਂ ਜੀਵਨ ਗਨਕਾ ਆਪਣੇ ਨਗਰ ਵਿੱਚ ਬਤੀਤ ਕਰ ਰਹੀ ਸੀ। ਗੁਰੂ ਪਿਆਰੀ ਸੰਗਤ ਜੀ ਦੱਸਦੇ ਹਨ ਕਿ ਜਿੱਥੇ ਇਸ ਵੇਸਵਾ ਗਨਕਾ ਦਾ ਮਕਾਨ ਸੀ, ਉਸੇ ਨਗਰ ਵਿੱਚ ਇੱਕ ਭਜਨੀਕ ਸਾਧੂ ਦਾ ਆਉਣਾ ਹੋ ਗਿਆ। ਭਲੇ ਪੁਰਸ਼ ਸਾਧੂ ਜਨ ਰਮਤੇ ਰਹਿੰਦੇ ਹਨ।
ਉਹ ਕਿਸੇ ਇੱਕ ਥਾਂ ਟਿਕਦੇ ਨਹੀਂ, ਆਰਾਮ ਨਹੀਂ ਕਰਦੇ। ਨਾ ਉਹਨਾਂ ਦੇ ਮਨ ਵਿੱਚ ਆਰਾਮ ਕਰਨ ਲਈ ਮੰਦਰਾਂ ਵਿੱਚ ਠਹਿਰਨ ਜਾਂ ਮੰਜਿਆਂ ਤੇ ਸੌਣ ਦੀ ਇੱਛਾ ਹੀ ਨਹੀਂ ਹੁੰਦੀ। ਉਹ ਪ੍ਰਭੂ ਸਿਮਰਨ ਵਿੱਚ ਹੀ ਸਭ ਸੁੱਖ ਸਮਝਦੇ ਹਨ। ਧੁੱਪ ਜਾਵੇ, ਮੀਂਹ ਆਵੇ, ਹਨੇਰੀ ਜਾਂ ਰਸਤੇ ਕੁਰਸਤੇ ਜਿੱਥੇ ਵੀ ਥੱਕ ਜਾਣ, ਬੈਠ ਕੇ ਆਰਾਮ ਕਰਨ ਦੇ ਆਦੀ ਹੁੰਦੇ ਹਨ। ਸੋ ਮੀਂਹ ਵਰਸ ਰਿਹਾ ਸੀ ਤੇ ਰਾਤ ਦਾ ਸਮਾਂ ਹੋਣ ਵਾਲਾ ਸੀ ਜਦ ਇਹ ਮਹਾਤਮਾ ਜੀ ਇਸ ਨਗਰ ਵਿੱਚ ਦਾਖਲ ਹੋਏ। ਨਗਰ ਦੇ ਬਾਜ਼ਾਰ ਵਿੱਚ ਅੱਪੜੇ ਤਾਂ ਇੱਕ ਦੁਕਾਨ ਤੇ ਖਲੋਤੇ ਕੁਝ ਮਖੌਲਬਾਜ਼ ਪੁਰਸ਼ਾਂ ਨੂੰ ਪੁੱਛ ਬੈਠੇ ਕਿ ਭਾਈ, ਅਸਾਂ ਰਾਤ ਟਿਕਣਾ ਹੈ, ਕੋਈ ਐਸੀ ਜਗ੍ਹਾ ਤੁਹਾਨੂੰ ਪਤਾ ਹੋਵੇ ਤਾਂ ਸਾਨੂੰ ਦੱਸੋ। ਮਖੌਲੀਆਂ ਪੁਰਸ਼ਾਂ ਨੇ ਵੀ ਇਹ ਨਹੀਂ ਸੋਚਿਆ ਕਿ ਇਹ ਸੰਤ ਹਨ ਜਾਂ ਕੋਈ ਭਲੇ ਪੁਰਸ਼ ਹਨ ਜਿਨ੍ਹਾਂ ਨੂੰ ਠੀਕ ਥਾਂ ਦੱਸੀਏ। ਸਗੋਂ ਉਹਨਾਂ ਨੇ ਟਿੱਚਰ ਕੀਤੀ ਤੇ ਗਨਕਾ ਦੇ ਘਰ ਵੱਲ ਉਂਗਲ ਕਰਕੇ ਕਿਹਾ, ਮਹਾਂਪੁਰਖੋ, ਉਹ ਸਾਹਮਣੇ ਜੋ ਘਰ ਹੈ ਉਹ ਬੜਾ ਵਧੀਆ ਆਰਾਮ ਕਰਨ ਵਾਲਾ ਥਾਂ ਹੈ। ਉੱਥੇ ਆਇਆਂ ਗਿਆਂ ਲਈ ਛਤਰ ਲੱਗਾ ਹੋਇਆ ਹੈ, ਉੱਥੋਂ ਕੋਈ ਖਾਲੀ ਨਹੀਂ ਜਾਂਦਾ। ਤੁਸੀਂ ਵੀ ਉੱਥੇ ਪਹੁੰਚ ਜਾਓ, ਉਹ ਬੜੀ ਵਧੀਆ ਆਰਾਮ ਕਰਨ ਵਾਲੀ ਥਾਂ ਹੈ। ਸੰਤ ਜੀ ਨਿਸ਼ਕਪਟ ਸਨ ਤੇ ਨਿਰਵੈਰ ਹੋਣ ਕਰਕੇ ਉਹਨਾਂ ਨੂੰ ਇਹ ਖਿਆਲ ਹੀ ਨਹੀਂ ਆਇਆ ਇਹ ਦੱਸਣ ਵਾਲੇ ਲੋਕਾਂ ਨੇ ਉਹਨਾਂ ਨੂੰ ਟਿੱਚਰ ਕੀਤੀ ਹੈ ਜਾਂ ਕੋਈ ਬੁਰਾ ਪਾਸਾ ਦਿਖਾਇਆ ਹੈ। ਉਹ ਤੁਰ ਪਏ ਤੇ ਸਿੱਧੇ ਉਸ ਥਾਂ ਜਾ ਪੁੱਜੇ। ਮੀਂਹ ਵਸਦਾ ਹੋਣ ਕਰਕੇ ਬੂਹਾ ਢੋਇਆ ਹੋਇਆ ਸੀ ਤੇ ਅੰਦਰੋਂ ਇੱਕ ਦੋ ਆਯਾਸ਼ ਆਦਮੀਆਂ ਦੇ ਗੱਲਾਂ ਕਰਨ ਦੀ ਆਵਾਜ਼ ਵੀ ਉਹਨਾਂ ਨੂੰ ਆਈ। ਬਾਹਰ ਖਲੋ ਗਏ ਤੇ ਬਿਨਾਂ ਪਤਾ ਕੀਤੇ ਕਿਸੇ ਨੂੰ ਆਵਾਜ਼ ਮਾਰਨਾ ਵੀ ਉਹ ਠੀਕ ਨਹੀਂ ਸਮਝਦੇ ਸਨ। ਪਰ ਜਿਉਂ ਹੀ 2-4 ਮਿੰਟ ਖਲੋ ਕੇ ਉਹਨਾਂ ਨੇ ਅੰਦਰ ਦੀਆਂ ਗੱਲਾਂ ਸੁਣੀਆਂ ਤਾਂ ਉਹਨਾਂ ਨੂੰ ਸਮਝ ਆ ਗਈ ਕਿ ਉਹਨਾਂ ਨੂੰ ਕਿਸ ਥਾਂ ਭੇਜ ਦਿੱਤਾ ਗਿਆ ਹੈ। ਪਰ ਉਹ ਫੇਰ ਵੀ ਚੁੱਪਚਾਪ ਕੁਝ ਚਿਰ ਮੀਂਹ ਵਸਦਾ ਹੋਣ ਕਰਕੇ ਬਾਹਰ ਛੱਜੇ ਥੱਲੇ ਖੜੇ ਰਹੇ। ਸੰਤ ਜੀ ਕਾਫੀ ਦੇਰ ਖੜੇ ਰਹੇ ਕਿਉਂਕਿ ਹੁਣ ਮੀਂਹ ਮੂਹਰੇ ਧਾਰ ਵਰ ਰਿਹਾ ਸੀ। ਉਹਨਾਂ ਦੇ ਕੱਪੜੇ ਗੜਕੂਚ ਹੋ ਚੁੱਕੇ ਸਨ। ਇੰਨੇ ਨੂੰ ਮੀਂਹ ਹਲਕਾ ਹੋਇਆ ਤੇ ਸੰਤ ਜੀ ਅੱਗੇ ਤੁਰਨ ਦੀਆਂ ਤਿਆਰੀਆਂ ਵਿੱਚ ਹੀ ਸਨ ਕਿ ਬੂਹਾ ਖੁੱਲਾ ਤੇ ਉਹ ਅਯਾਸ਼ ਆਦਮੀ ਆਪਣੇ ਆਪਣੇ ਰਾਹ ਪੈ ਗਏ। ਬਾਹਰ ਕਿਸੇ ਨੂੰ ਖਲੋਤਿਆਂ ਵੇਖ ਕੇ ਗਨਕਾ ਉੱਠੀ ਤਾਂ ਉਸਦੇ ਬੂਹੇ ਅੱਗੇ ਇੱਕ ਮਹਾਤਮਾ ਖੜੇ ਸਨ। ਪਤਾ ਨਹੀਂ ਦਿਲ ਵਿੱਚ ਕੀ ਖਿਆਲ ਆਇਆ, ਸਮਾਂ ਚੰਗਾ ਹੋਵੇ ਤਾਂ ਮੂੰਹੋਂ ਗੱਲ ਵੀ ਚੰਗੀ ਨਿਕਲਦੀ ਹੈ। ਕਹਿਣ ਲੱਗੀ, ਮਹਾਤਮਾ ਜੀ, ਤੁਸੀਂ ਤਾਂ ਮੈਨੂੰ ਧਰਮਾਤਮਾ ਤੇ ਕੋਈ ਸਾਧੂ ਸੰਤ ਪ੍ਰਤੀਤ ਹੁੰਦੇ ਹੋ। ਉਹ ਨਾ ਹੋਏ ਇੱਥੇ ਖੜਾ ਹੋਣ ਕਰਕੇ ਤੁਹਾਨੂੰ ਵੀ ਕੋਈ ਪਾਪੀ ਜਾਂ ਮੰਦੇ ਖਿਆਲਾਂ ਵਾਲਾ ਸਮਝ ਲਵੇ। ਇਸ ਲਈ ਅੱਗੇ ਜਾ ਖਲੋਵੋ। ਮੈਨੂੰ ਤੁਹਾਡੇ ਭੇਖ ਤੇ ਐਵੇਂ ਕਲੰਕ ਲੱਗਣ ਦੀ ਬੜੀ ਸ਼ਰਮ ਆਵੇਗੀ। ਮੈਂ ਤਾਂ ਅੱਗੇ ਹੀ ਬੜੀ ਪਾਪਣ ਹਾਂ। ਤੁਸੀਂ ਪਾਪਣ ਦੇ ਬੂਹੇ ਅੱਗੇ ਖਲੋਤੇ ਪਾਪੀ ਕਿਉਂ ਬਣਦੇ ਹੋ? ਤੂੰ ਪਾਪਣ ਕਿਉਂ ਹੈ? ਸੰਤਾਂ ਨੇ ਸੁਭਾਵਕ ਹੀ ਪੁੱਛ ਲਿਆ। ਜੀ ਮੈਂ ਵੇਸਵਾ ਹਾਂ ਮਹਾਰਾਜ, ਮੇਰੇ ਮਾੜੇ ਕਰਮਾਂ ਕਰਕੇ ਇਹ ਕਿੱਤਾ ਹੀ ਮੈਨੂੰ ਮਿਲਿਆ ਹੈ। ਅੱਛਾ, ਤੂੰ ਸਾਡੀ ਇੱਜ਼ਤ ਤੇ ਸਾਡੇ ਭੇਖ ਦਾ ਸਤਿਕਾਰ ਕੀਤਾ ਹੈ, ਇਸ ਲਈ ਅਸੀਂ ਵੀ ਚਾਹੁੰਦੇ ਹਾਂ ਕਿ ਤੇਰੇ ਭਲੇ ਦਾ ਕੋਈ ਸਾਧਨ ਕਰੀਏ। ਮਹਾਰਾਜ, ਮੇਰੇ ਪਾਪਣ ਦਾ ਕਿਵੇਂ ਭਲਾ ਕਰੋਗੇ? ਕਿਉਂਕਿ ਤੂੰ ਇਸ ਗੱਲ ਦੀ ਵੀ ਸਮਝ ਹੋਣ ਦੇ ਬਾਵਜੂਦ ਇਹ ਕੰਮ ਕਰ ਰਹੀ ਹੈ। ਪਰ ਜੇ ਮਜਬੂਰਨ ਕਰ ਰਹੀ ਹੈ ਤਦ ਤਾਂ ਪਾਪ ਹੋਣੋਂ ਤੈਨੂੰ ਬਚਾਉਣਾ ਚਾਹੀਦਾ ਹੈ, ਤੇਰਾ ਉਧਾਰ ਹੋਣਾ ਚਾਹੀਦਾ ਹੈ। ਇਹ ਕਹਿ ਕੇ ਸੰਤ ਜੀ ਤੁਰਨ ਲੱਗੇ ਤਾਂ ਗਨਕਾ ਨੇ ਰੁਕ ਜਾਣ ਦੀ ਬੇਨਤੀ ਕੀਤੀ। ਸੰਤ ਜੀ ਭਿੱਜ ਚੁੱਕੇ ਸਨ। ਪਾਲੇ ਦੇ ਦਿਨ ਹੋਣ ਕਰਕੇ ਕੁਝ ਕੰਬ ਵੀ ਰਹੇ ਸਨ। ਗਨਕਾ ਨੇ ਬੂਹੇ ਦੇ ਅੰਦਰ ਬਾਹਰ ਕੱਪੜਾ ਵਿਛਾ ਕੇ ਉਹਨਾਂ ਨੂੰ ਬਿਠਾ ਦਿੱਤਾ। ਫਿਰ ਅੱਗ ਬਾਲੀ
ਤੇ ਅੰਗੀਠੀ ਉਹਨਾਂ ਪਾਸ ਲਿਆ ਰੱਖੀ। ਅੱਗ ਨਾਲ ਸੰਤਾਂ ਨੇ ਕੱਪੜੇ ਸੁਕਾਏ ਤੇ ਉਹਨਾਂ ਦਾ ਪਾਲਾ ਦੂਰ ਹੋ ਗਿਆ। ਕੱਪੜੇ ਸੁੱਕਣ ਤੇ ਪਾਲਾ ਦੂਰ ਕਰਨ ਦੇ ਸਮੇਂ ਵਿੱਚ ਸੰਤਾਂ ਨੇ ਗਨਕਾਂ ਨਾਲ ਹਰੀ ਭਜਨ ਦੇ ਮਹਾਤਮ ਦੀਆਂ ਕਈ ਗੱਲਾਂ ਕੀਤੀਆਂ ਤੇ ਦੁਰਾਚਾਰੀ ਜੀਵਨ ਦੇ ਪਾਪਾਂ ਦਾ ਵਿਸਥਾਰ ਕਰਕੇ ਦੱਸਿਆ ਕਿ ਨਰਕਾਂ ਵਿੱਚ ਅਜਿਹੇ ਜੀਵ ਹੀ ਜਾਂਦੇ ਹਨ। 84 ਲੱਖ ਜੂਨ ਵਿੱਚ ਅਜਿਹੇ ਪੁਰਸ਼ਾਂ ਨੂੰ ਹੀ ਭੌਣਾ ਪੈਂਦਾ ਹੈ, ਜੰਮਣਾ ਤੇ ਮਰਨਾ ਪੈਂਦਾ ਹੈ। ਇਉਂ ਸਾਰੀ ਰਾਤ ਹੀ ਸੰਤਾਂ ਨੇ ਹਰੀ ਸਿਮਰਨ ਕਥਾ ਵਾਰਤਾ ਵਿੱਚ ਬਿਤਾਈ। ਗਨਕਾ ਵੀ ਕਿਸੇ ਪ੍ਰੇਮ ਦੇ ਰੰਗ ਵਿੱਚ ਆ ਕੇ ਕੋਲ ਬੈਠੀ ਰਹੀ। ਇੰਨੇ ਨੂੰ ਅੰਮ੍ਰਿਤ ਵੇਲਾ ਹੋ ਗਿਆ ਤੇ ਸੰਤ ਜਾਣ ਲਈ ਤਿਆਰ ਹੋ ਗਏ। ਇਹ ਵੇਖ ਕੇ ਗਨਕਾ ਨੂੰ ਆਪਣੇ ਕਰਮਾਂ ਦੇ ਦੁਖਦਾਈ ਫਲ ਦਾ ਭਾਰਾ ਦੁੱਖ ਚੇਤੇ ਆ ਗਿਆ ਤੇ ਉਹ ਕਹਿਣ ਲੱਗੀ, ਤੁਸੀਂ ਚੱਲੇ ਹੋ, ਮੈਨੂੰ ਕਿਸੇ ਬੰਨੇ ਲਾ ਕੇ ਜਾਓ। ਇਹਨਾਂ ਸੰਤਾਂ ਦੇ ਕੋਲ ਇੱਕ ਤੋਤਾ ਸੀ। ਇਸ ਤੋਤੇ ਨੂੰ ਉਹਨਾਂ ਨੇ ਰਾਮ ਰਾਮ ਸਿਖਾਇਆ ਹੋਇਆ ਸੀ। ਸੰਤਾਂ ਨੇ ਉਹ ਤੋਤਾ ਗਨਕਾ ਨੂੰ ਦੇ ਦਿੱਤਾ। ਉਸ ਦੇ ਪਾਪ ਕਰਮਾਂ ਨੂੰ ਬਦਲਣ ਦਾ ਉਪਦੇਸ਼ ਦੇ ਕੇ ਉਹਨਾਂ ਨੇ ਕਿਹਾ, ਇਹ ਤੋਤਾ ਰਾਮ ਰਾਮ ਕਹਿੰਦਾ ਹੈ ਤੇ ਤੂੰ ਵੀ ਇਸ ਦੇ ਮਗਰ ਮਗਰ ਇਹਦੇ ਪਿੱਛੇ ਪਿੱਛੇ ਰਾਮ ਰਾਮ ਕਿਹਾ ਕਰ, ਇਸੇ ਵਿੱਚ ਤੇਰਾ ਭਲਾ ਹੋ ਜਾਵੇਗਾ। ਅਸੀਂ ਰੋਜ਼ ਸਵੇਰੇ ਇਸ਼ਨਾਨ ਕਰਨ ਲੱਗਿਆਂ ਇਸ ਨੂੰ ਵੀ ਇਸ਼ਨਾਨ ਕਰਾਉਂਦੇ ਹਾਂ, ਤਾਂ ਇਹ ਵੀ ਸਾਡੇ ਵਾਂਗੂ ਹੀ ਪਾਠ ਪੂਜਾ ਕਰਦਾ ਤੇ ਵਾਹਿਗੁਰੂ ਦਾ ਨਾਮ ਜਪਦਾ ਹੈ। ਇਹ ਕਈ ਸਾਖੀਆਂ ਤੈਨੂੰ ਸੁਣਾਵੇਗਾ ਜੋ ਇਸ ਨੇ ਸਾਡੇ ਕੋਲੋਂ ਸਿੱਖੀਆਂ ਹੋਈਆਂ ਹਨ। ਇਸ ਦੀ ਸੰਗਤ ਤੈਨੂੰ ਤਾਰ ਦੇਵੇਗੀ। ਸੋ ਤੋਤਾ ਦੇ ਕੇ ਸੰਤ ਜੀ ਅੱਗੇ ਚਲੇ ਗਏ। ਗਨਕਾ ਨੂੰ ਤੋਤਾ ਕਾਹਦਾ ਮਿਲ ਗਿਆ? ਇੱਕ ਕਿਸਮ ਦਾ ਕਾਇਆ ਕਲਪ ਹੋ ਗਿਆ। ਤੋਤੇ ਨੂੰ ਜਾਂਦੀ ਆਉਂਦੀ ਰਾਮ ਰਾਮ ਕਹਿੰਦੀ ਤੇ ਉਹ ਵੀ ਅੱਗੋਂ ਰਾਮ ਰਾਮ ਦਾ ਹੀ ਜਵਾਬ ਦਿੰਦਾ। ਇਉਂ ਗਨਕਾ ਨੂੰ ਰਾਮ ਰਾਮ ਦੀ ਲਿਵ ਲੱਗ ਗਈ। ਬੈਠੀ ਉੱਠੀ ਬਸ ਤੋਤੇ ਨਾਲ ਰਾਮ ਰਾਮ ਦੀਆਂ ਆਵਾਜ਼ਾਂ ਦੇ ਕੇ ਗੱਲਾਂ ਕਰਨ ਲੱਗੀ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਲਿਵ ਲਾਗੀ ਤਿਸ ਤੋਤਿਓ। ਭਾਵ ਗਨਕਾ ਨੂੰ ਤੋਤੇ ਨਾਲ ਇਸ ਤਰ੍ਹਾਂ ਗੱਲਾਂ ਕਰਨ ਨਾਲ ਰਾਮ ਰਾਮ ਕਹਿਣ ਦੀ ਏਡੀ ਲੱਗੀ, ਚੇਟਕ ਹੀ ਲੱਗ ਗਈ। ਹੋਰ ਕਾਰ ਵਿਹਾਰ ਭੁੱਲ ਗਏ ਤੇ ਉਸਨੇ ਆਪਣਾ ਨਿੰਦ ਵਿਹਾਰ ਵੀ ਛੱਡ ਦਿੱਤਾ। ਹੁਣ ਉਸਨੂੰ ਵੇਸਵਾ ਸਮਝ ਕੇ ਵੇਖਣ ਵਾਲੇ ਵੀ ਹੈਰਾਨ ਹੋ ਗਏ ਕਿ ਉਹ ਕਿਸੇ ਨਾਲ ਗੱਲ ਕਰਨ ਲੱਗੀ ਵੀ ਰਾਮ ਰਾਮ ਸ਼ਬਦ ਉਚਾਰ ਕੇ ਹੀ ਗੱਲ ਕਰਦੀ ਹੈ। ਉਹ ਬਦਨਾਮ ਮਕਾਨ ਜਿਸ ਵਿੱਚ ਰਹਿੰਦੀ ਸੀ ਉਹ ਵੀ ਹੁਣ ਉਸਨੇ ਛੱਡ ਦਿੱਤਾ ਤੇ ਰਾਮ ਰਾਮ ਦੇ ਪ੍ਰੇਮ ਵਿੱਚ ਰੰਗੀ ਹੋਈ ਕਿਸੇ ਹੋਰ ਸਥਾਨ ਤੇ ਜਾ ਰਹੀ। ਤੇ ਇਉਂ ਹੀ ਉਸਨੇ ਸਾਰੀ ਉਮਰ ਗੁਜ਼ਾਰ ਲਈ। ਅਖੀਰ ਤੇ ਜਦ ਰਾਮ ਰਾਮ ਕਹਿੰਦੀ ਦੇ ਪ੍ਰਾਣ ਪੰਖੇਰੂ ਹੋਏ ਤਾਂ ਹੁਣ ਨਰਕਾਂ ਵਿੱਚ ਉਸਨੇ ਕਿੱਥੇ ਜਾਣਾ ਸੀ, ਸਗੋਂ ਬਿਬਾਨ ਤੇ ਚੜ੍ਹ ਕੇ ਬੈਕੁੰਠਾਂ ਨੂੰ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।